सत श्री अकाल। आप लोगों के बीच में रह करके जो मैं सीखा हूं, जो गुरु महाराजों ने सीख दी है, सब तो नहीं कर पाता हूं, लेकिन जितना कर पाता हूं उसी से मुझे आशीर्वाद मिलते हैं। तो जालंधर के कुलचे और कैंट के पकोड़ा, वाहेगुरु जी का खालसा, वाहेगुरु जी की फतेह। प्रधानमंत्री श्री नरेंद्र मोदी एक ਅਜਿਹੀ ਸ਼ਖਸੀਅਤ ਜਿਸ ਨੇ ਦੇਸ਼ ਨੂੰ ਇੱਕ ਨਵੀਂ ਰਾਹ ਵਿਖਾਈ, ਇੱਕ ਵਿਕਾਸਸ਼ੀਲ ਦੇਸ਼ ਨੂੰ ਵਿਕਸਿਤ ਭਾਰਤ ਦਾ ਸੁਪਨਾ ਵਿਖਾਇਆ, ਬਿਲਕੁਲ ਅਖੀਰਲੇ ਬੰਨੇ ਤੇ ਖੜੇ ਵਿਅਕਤੀ ਤੱਕ ਸਰਕਾਰ ਦੀ ਪਹੁੰਚ ਨੂੰ ਯਕੀਨੀ ਬਣਾਇਆ, ਵਿਸ਼ਵ ਪੱਧਰ ਤੇ ਭਾਰਤ ਦੀ ਖੁਦ ਮੁਖਤਿਆਰ ਰਾਸ਼ਟਰ ਵਜੋਂ ਪਛਾਣ ਨੂੰ ਹੋਰ ਮਜ਼ਬੂਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਾਲ 2014 ਵਿੱਚ ਦੇਸ਼ ਦੀ ਕਮਾਨ ਸੰਭੀ ਤੇ ਮਗਰੋਂ ਦੇਸ਼ ਨੂੰ सबका साथ सबका विकास ਦਾ ਮੰਤਰ ਦਿੱਤਾ। ਉੱਥੇ ਹੀ ਜਦ ਵੀ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਇਸ ਨੂੰ ਗੁਰੂਆਂ, ਯੋਧਿਆਂ ਤੇ ਕੁਰਬਾਨੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਦੇ ਸੱਭਿਆਚਾਰ, ਵਿਰਸੇ ਤੇ ਸਿਆਸਤ ਨੂੰ ਸੂਬੇ ਦੇ ਅਨਿੱਖੜਵੇਂ ਅੰਗ ਵਜੋਂ ਵੇਖਿਆ ਜਾਂਦਾ ਹੈ। ਪੰਜਾਬ ਦਾ ਇਤਿਹਾਸ ਇੱਕ ਅਜਿਹੀ ਇਬਾਰਤ ਹੈ ਜਿਸ ਦੇ ਸਫ਼ਿਆਂ ਵਿੱਚ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆਪਣਾ ਨਾਮ ਦਰਜ ਕਰਵਾ ਰਹੇ ਨੇ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ 75ਵੇਂ ਜਨਮ ਦਿਹਾੜੇ ਦੇ ਮੌਕੇ ਅਸੀਂ ਉਹਨਾਂ ਦੇ ਪੰਜਾਬ ਨਾਲ ਗੂੜ੍ਹੇ ਸੰਬੰਧਾਂ ਬਾਰੇ ਤੁਹਾਨੂੰ ਜਾਣੂ ਕਰਵਾਵਾਂਗੇ। ਹਾਲਾਂਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪੰਜਾਬ ਨਾਲ ਰਿਸ਼ਤਾ ਦਹਾਕਿਆਂ ਪੁਰਾਣਾ ਹੈ, ਪਰ ਸਾਲ 2016 ਦਾ ਮੋਦੀ ਦਾ ਇਹ ਬਿਆਨ ਉਹਨਾਂ ਦੇ ਪੰਜਾਬ ਨਾਲ ਰਿਸ਼ਤੇ ਨੂੰ ਪੂਰੀ ਤਰ੍ਹਾਂ ਖੁੱਲ੍ਹ ਕੇ ਬਿਆਨ ਕਰਦਾ ਹੈ। मेरा इस धरती से नाता, मैं हमेशा कहता हूं, मेरा यहां खून का रिश्ता है। खून का रिश्ता इसलिए है कि मेरा जन्म गुजरात की धरती पर हुआ, कार्य करने का सौभाग्य यहां मिला, लेकिन गुरु गोविंद सिंह जी के जो पंज प्यारे थे उसमें एक गुजरात के द्वारिका से थे। ਪੀਐਮ ਮੋਦੀ ਦਾ ਪੰਜਾਬ ਤੇ ਪੰਜਾਬੀਅਤ ਨਾਲ ਰਿਸ਼ਤਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ੁਰੂ ਨਹੀਂ ਹੋਇਆ, ਬਲਕਿ ਇਹ ਵੱਡੇ ਸਿਆਸੀ ਅਹੁਦਿਆਂ ਤੇ ਪਹੁੰਚਣ ਤੋਂ ਦਹਾਕਿਆਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਸਾਲ 2022 ਦੇ ਫਰਵਰੀ ਮਹੀਨੇ ਵਿੱਚ ਸਿੱਖ ਸੰਤਾਂ ਤੇ ਭਾਈਚਾਰੇ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਦੇ ਨਾਲ ਪੀਐਮ ਨੇ ਗੱਲਬਾਤ ਦੌਰਾਨ ਇਹ ਮੁੜ ਕਬੂਲ ਕੀਤਾ ਕਿ ਉਹਨਾਂ ਦਾ ਸਿੱਖ ਧਰਮ ਨਾਲ ਖੂਨ ਦਾ ਰਿਸ਼ਤਾ ਹੈ। ਇਸ ਦੇ ਨਾਲ ਹੀ ਉਹਨਾਂ ਇਹ ਦੱਸਿਆ ਕਿ ਸਾਲ 1975 ਵਿੱਚ ਜਦੋਂ ਐਮਰਜੈਂਸੀ ਲੱਗੀ ਤਾਂ ਉਹ ਸਿੱਖੀ ਬਾਣੇ ਵਿੱਚ ਹੀ ਰਿਹਾ ਕਰਦੇ ਸਨ। हमारे गुरु महाराजों ने कितनी तपस्या की है इमरजेंसी में। बहुत बड़ा हमारा जुल्म हम सब पे हुआ और मैं तो बराबर पता है उस समय पंजाब में जो सत्याग्रह हुआ था इमरजेंसी के खिलाफ, तो बड़ा अद्भुत था जी। अब मैं उस समय अंडरग्राउंड रहता था, तो अंडरग्राउंड रहना है तो कुछ कपड़े वपड़े बदलने पड़ते थे, तो मैं सीखे के कपड़ों में ही रहता जी मैं पगड़ी पहनता था अब मुझे बताइए साहब, कोरोना में ये आप ही लोग हैं जिनको ऑक्सीजन का लंगर लगाने का मन कर गया। ये छोटी बात नहीं जी। अब मुझे बताइए अफगानिस्तान से इतना अभी भी हमारा कोई वहाँ हवाई जहाज जाना आना शुरू नहीं हुआ है, लेकिन गुरु ग्रंथ साहब सम्मान से वापस आना चाहिए। तो हमने उस व्यवस्था की, दुनिया के देशों से बात की, यहाँ तक लाने के लिए स्पेशल प्लेन का प्रबंध किया। और मैंने मेरे मंत्रियों को माना कि भाई देखिए, मैं मानता हूँ ये मेरे लिए सेवा का बहुत बड़ा अवसर है, आप जाइए। सिरसा जी भी गए, हमारे हरदीप पुरी जी गए, सर पर गुरु ग्रंथ साहब को लेकर के साहब सम्मान के साथ, क्योंकि मैं मानता हूँ जी ये हमारे जीवन की बहुत बड़ा अनमोल रत्न है। सही, अनमोल रत्न है जी।
गुजरात का होने के नाते हमेशा कहता हूँ कि मेरा तो आप लोगों से खून का रिश्ता है। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਪਣੇ ਸਿਆਸੀ ਜੀਵਨ ਦੌਰਾਨ ਪੰਜਾਬ ਵਿੱਚ ਕਾਫੀ ਕੰਮ ਕੀਤਾ ਹੈ, ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਗੁਜਰਾਤ ਦੇ ਕੁਝ ਇਲਾਕੇ ਬਾਰੇ ਦੱਸਦੇ ਹਾਂ ਜਿੱਥੇ ਗੁਰਦੁਆਰਾ ਲਖਪਤ ਸਾਹਿਬ ਸੁਸ਼ੋਭਿਤ ਹੈ। ਸਾਲ 2001 ਦੇ ਭੁਚਾਲ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ। ਹਾਲਾਂਕਿ ਨਰਿੰਦਰ ਮੋਦੀ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਵੀ ਨਹੀਂ ਸਨ, ਪਰ ਉਹਨਾਂ ਨੇ ਗੁਰੂ ਘਰ ਦੀ ਇਮਾਰਤ ਦੀ ਮੁੜ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਈ। 2001 के भूकंप को कौन भूल सकता है? उसने गुरुद्वारा साहब की 200 साल पुरानी इमारत को बड़ी क्षति पहुंचाई थी, लेकिन फिर भी आज हमारा गुरुद्वारा लखपत साहिब वैसे ही गौरव के साथ खड़ा है। मेरी तो बहुत अनमोल यादें इस गुरुद्वारे के साथ जुड़ी हैं। 2001 के भूकंप के बाद मुझे गुरु कृपा से इस पवित्र स्थान की सेवा करने का सौभाग्य मिला था। ਗੁਰਦੁਆਰਾ ਸਾਹਿਬ ਦੇ ਵਿੱਚ ਸੀਸ ਨਿਵਾਉਣ ਲਈ ਜਾਣ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਿਰ ਤੇ ਪੱਗ ਆਮ ਤੌਰ ਤੇ ਵੇਖੀ ਜਾ ਸਕਦੀ ਹੈ। ਭਾਵੇਂ ਪ੍ਰਧਾਨ ਮੰਤਰੀ ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਣ ਜਾਂ ਫਿਰ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਸੀਸ ਨਿਵਾਉਣ ਲਈ ਜਾਣ ਜਾਂ ਫਿਰ ਕਿਸੇ ਹੋਰ ਗੁਰੂ ਘਰ ਦੇ ਦਰਸ਼ਨ ਦੀਦਾਰੇ ਕਰਨ, ਉਹਨਾਂ ਦੇ ਸਿਰ ਤੇ ਪੱਗ ਜ਼ਿਆਦਾਤਰ ਵੇਖੀ ਜਾ ਸਕਦੀ ਹੈ। ਸਾਲ 2024 ਦੇ ਮਈ ਮਹੀਨੇ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਪਹੁੰਚੇ ਪ੍ਰਧਾਨ ਮੰਤਰੀ ਲੰਗਰ ਵਿੱਚ ਸੇਵਾ ਕਰਦੇ ਵਿਖਾਈ ਦਿੱਤੇ, ਜਿਸ ਨੂੰ ਵੇਖ ਕੇ ਇਹ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਹੈ ਕਿ ਪੀਐਮ ਮੋਦੀ ਦੇ ਅੰਦਰ ਗੁਰੂ ਘਰ ਦੇ ਪ੍ਰਤੀ ਸ਼ਰਧਾ ਭਾਵ ਵੱਡੇ ਪੱਧਰ ਤੇ ਮੌਜੂਦ ਹੈ। ਸਾਲ 2019 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਸਰਕਾਰ ਨੇ ਵੱਡੇ ਪੱਧਰ ਤੇ ਦੇਸ਼ ਭਰ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ। ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣਾ ਵੀ ਪੀਐਮ ਮੋਦੀ ਦੇ ਪੰਜਾਬ ਤੇ ਸਿੱਖ ਭਾਈਚਾਰੇ ਪ੍ਰਤੀ ਪਿਆਰ ਤੇ ਗੂੜੇ ਸੰਬੰਧਾਂ ਨੂੰ ਦਰਸਾਉਂਦਾ ਹੈ। ਪੰਜਾਬ, ਪੰਜਾਬੀਅਤ ਤੇ ਸਿੱਖ ਧਰਮ ਨਾਲ ਨੇੜਤਾ ਮਗਰੋਂ ਹੁਣ ਗੱਲ ਕਰਦੇ ਹਾਂ ਪੀਐਮ ਨਰਿੰਦਰ ਮੋਦੀ ਦੇ ਪੰਜਾਬ ਨਾਲ ਸਿਆਸੀ ਜੁੜਾਅ ਦੀ। ਸਾਲ 1997 ਵਿੱਚ ਜਦੋਂ ਭਾਰਤ ਆਜ਼ਾਦੀ ਦੇ 50 ਵਰ੍ਹੇ ਪੂਰੇ ਕਰ ਚੁੱਕਾ ਸੀ, ਉਦੋਂ ਭਾਜਪਾ ਨੇ ਦੇਸ਼ ਭਰ ਵਿੱਚ ਸਵਰਨ ਜਯੰਤੀ ਰੱਥ ਯਾਤਰਾ ਕੱਢੀ। ਪੰਜਾਬ ਭਾਜਪਾ ਦੇ ਆਗੂ ਤੇ ਸੂਬਾ ਸਰਕਾਰ ਵਿੱਚ ਮੰਤਰੀ ਰਹੇ ਮਨੋਰੰਜਨ ਕਾਲੀਆ ਦੇ ਮੁਤਾਬਿਕ ਇਸ ਰੱਥ ਯਾਤਰਾ ਨੂੰ ਜ਼ਮੀਨੀ ਪੱਧਰ ਤੇ ਸਫਲ ਬਣਾਉਣ ਵਿੱਚ ਨਰਿੰਦਰ ਮੋਦੀ ਮੋਹਰੀ ਰਹੇ ਨੇ। प्रधानमंत्री श्री नरेंद्र मोदी जी का पंजाब के साथ बहुत पुराना और गहरा रिश्ता है। अगर मैं यादों में जाऊं तो 1997 में जब मैं प्रदेश अध्यक्ष था, उस वक्त भारत देश आज़ादी की स्वर्ण जयंती मना रहा था। तो उस वक्त भारतीय जनता पार्टी के राष्ट्रीय अध्यक्ष श्री लाल कृष्ण आडवाणी जी, उन्होंने स्वर्ण जयंती रथ यात्रा निकाली थी और उस वक्त श्री नरेंद्र मोदी जी उनके साथ पंजाब आए थे और उसमें उस रथ में जहाँ जहाँ रुकता था वो संबोधन करते थे और जो है कि भी लोगों को बताते थे कि भी इस यात्रा का पर्पस क्या है। ये एक फ़ोटोग्राफ है, इसमें श्री नरेंद्र मोदी जी संबोधन कर रहे हैं, साथ पे मैं खड़ा हूँ, श्री लाल कृष्ण आडवाणी जी उनके धर्मपत्नी हैं और उस वक्त के मुख्यमंत्री सरदार प्रकाश सिंह बादल जी हैं और उस वक्त के प्रभारी पंजाब के
श्री मदन लाल खुराना जी भी उसमें साथ। तो हमने जो है माधोपुर से उन्होंने एंटर किया और पंजाब में जो है विभिन्न स्थानों में जो है वो वहाँ जो है गए और यहाँ शहीदों को नमन किया। तो उसमें जो है कि भाई सारी यात्रा में मोदी साहब अडवाणी जी के साथ रहे और उसके बाद ये रिश्ता हमारा चलता। ਮਨੋਰੰਜਨ ਕਾਲੀਆ ਦੇ ਮੁਤਾਬਿਕ ਸਵਰਨ ਜਯੰਤੀ ਰੱਥ ਯਾਤਰਾ ਮਗਰੋਂ ਜਦੋਂ ਨਰਿੰਦਰ ਮੋਦੀ ਨੂੰ ਪੰਜਾਬ ਦੇ ਇੰਚਾਰਜ ਵਜੋਂ ਥਾਪਿਆ ਗਿਆ ਤਾਂ ਉਸ ਸਮੇਂ ਸੂਬੇ ਵਿੱਚ ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਹੋਇਆ ਕਰਦੀ ਸੀ ਤੇ ਨਰਿੰਦਰ ਮੋਦੀ ਹੋਰਾਂ ਨੇ ਚਲੋ ਗਾਂਵ ਕੀ ਓਰ, ਜਿਸ ਦਾ ਅਰਥ ਹੈ ਚਲੋ ਪਿੰਡ ਵੱਲ ਦਾ ਨਾਅਰਾ ਦਿੱਤਾ ਸੀ, ਜਿਸ ਦੇ ਤਹਿਤ ਮੰਤਰੀਆਂ ਸਣੇ ਪਾਰਟੀ ਆਗੂਆਂ ਦੀ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੀਆਂ ਜ਼ਿੰਮੇਦਾਰੀਆਂ ਤੈਅ ਕੀਤੀਆਂ ਗਈਆਂ ਸਨ। तो बाद में जो है मोदी जी पंजाब के प्रभारी बने। तो उस वक्त जो कि पंजाब को किस ढंग से, क्योंकि उस वक्त हम कोलिशन गवर्नमेंट में थे, काली भाजपा की सरकार थी। तो इस यात्रा के बाद मुझे हेल्थ एंड फैमिली वेलफेयर मिनिस्टर बनाया। तो उस वक्त जब मोदी साहब प्रभारी बने तो फिर इनकी रिहाइश होती थी जो हरियाणा भारतीय जनता पार्टी का ऑफिस था, वहाँ ओपन स्टूडियो। तो वहाँ बुलाया, हम एक चारपाई पे बैठे और किस तरह से पार्टी को मजबूत किया जाए, ये बातें होती थी। इकट्ठे खाना खाते, इकट्ठे बैठते थे। और फिर जब प्रभारी बने तो आज जो हम सोचते हैं कि भाई हमें पार्टी का फैलाव करना है, हमें गांव की तरफ जाना पड़ेगा। हमें जो है कि भी आधार जो है हमारा ये शहरी आधार, उसको बढ़ाकर गाँव में आ रहा। उस वक्त मोदी साहब ने नारा दिया चलो गांव की ओर, कि हमें सभी मंत्रियों को कहा गया था कि आप जो है कि गांव में जाने, वहाँ एक एक रात रही, वहाँ से लोगों के साथ समन्वय बैठाएं, संपर्क करें, उनकी जो मुश्किलें हैं उनकी उनसे बातचीत की। तो उन्होंने जो आज यहाँ भाजपा कर रही है, ये उन्होंने 97 में जो है हमें जो है ये बात जो है मोदी साहब ने कही थी। ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿੱਚ ਪੈਂਦੇ ਧਨੌਲਾ ਇਲਾਕੇ ਨਾਲ ਸੰਬੰਧ ਰੱਖਣ ਵਾਲੇ ਸਰਦਾਰ ਸੁਖਵੰਤ ਸਿੰਘ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਇੱਕ ਵਾਰ 2-3 ਦਿਨਾਂ ਲਈ ਉਹਨਾਂ ਦੇ ਘਰ ਰੁਕੇ ਸਨ, ਜਿਸ ਦੌਰਾਨ ਉਹਨਾਂ ਨੂੰ ਮੋਦੀ ਜੀ ਨੂੰ ਕਾਫੀ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਉਹਨਾਂ ਦਾ ਕਹਿਣਾ ਹੈ ਕਿ ਮੋਦੀ ਜੀ ਦੀ ਸ਼ਖਸੀਅਤ ਜਿੰਨੀ ਖਿੱਚਵੀਂ ਹੈ, ਉਸ ਤੋਂ ਵੀ ਵੱਧ ਉਹਨਾਂ ਦਾ ਜੀਵਨ ਸਾਦਗੀ ਭਰਿਆ ਹੈ। ਉਹ ਰੋਜ਼ ਸਵੇਰੇ ਉੱਠ ਕੇ ਯੋਗਾ ਕਰਨ ਤੋਂ ਬਾਅਦ ਸੈਰ ਕਰਿਆ ਕਰਦੇ ਤੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਇਆ ਕਰਦੇ। ਇੱਥੇ ਨਰਿੰਦਰ ਮੋਦੀ ਜੀ ਮੀਟਿੰਗ ਕਰਨ ਆਏ ਸੀ। ਉਸ ਤੋਂ ਪਹਿਲਾਂ ਨਰਿੰਦਰ ਮੋਦੀ ਜੀ ਸਵੇਰੇ ਆ ਸਾਹਮਣੇ ਰੋਡ ਹੈ ਧਨੌਲਾ ਤੋਂ ਬੁੱਗਰਾ, ਇਹ ਸੜਕ ਦੇ ਉੱਤੇ ਸੈਰ ਕਰਨ ਆਉਂਦੇ ਹੁੰਦੇ ਸੀ। ਉਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਸੀ। ਦਰਸ਼ਨ ਕਰਕੇ ਆਰਾਮ ਨਾਲ 10 ਮਿੰਟ ਬੈਠ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਫਿਰ ਉਹ ਮੀਟਿੰਗ ਹਾਲ ਦੇ ਵਿੱਚ ਜਾਂਦੇ ਸੀ। ਸੁਖਵੰਤ ਸਿੰਘ ਮੁਤਾਬਕ ਨਰਿੰਦਰ ਮੋਦੀ ਹੋਰਾਂ ਵੱਲੋਂ 16 ਜੁਲਾਈ 2000 ਨੂੰ ਪਾਰਟੀ ਦੀ ਇੱਕ ਅਹਿਮ ਮੀਟਿੰਗ ਸੱਦੀ ਗਈ, ਜਿਸ ਵਿੱਚ ਉਸ ਸਮੇਂ ਦੀ ਸੂਬਾ ਸਰਕਾਰ ਵਿੱਚ ਮੰਤਰੀਆਂ ਸਣੇ ਪਾਰਟੀ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸੁਖਵੰਤ ਸਿੰਘ ਦਾ ਕਹਿਣਾ ਹੈ ਕਿ ਮੋਦੀ ਜੀ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਵੀ ਗੁਰੂ ਘਰ ਵਿੱਚ ਨਤਮਸਤਕ ਹੋਏ ਤੇ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਦੇ ਮੁਤਾਬਕ ਕਈ ਮੀਟਿੰਗਾਂ ਵਿੱਚ ਨਰਿੰਦਰ ਮੋਦੀ ਇਹ ਗੱਲ ਕਹਿ ਚੁੱਕੇ ਸਨ ਕਿ ਉਹ ਸਿੱਖ ਭਾਈਚਾਰੇ ਦੀ ਭਾਜਪਾ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਵੇਖਣਾ ਚਾਹੁੰਦੇ ਨੇ। ਤਾਂ ਜਦੋਂ ਵੀ ਮੋਦੀ ਜੀ ਮੀਟਿੰਗ ਕਰਦੇ, ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਮੁੱਖ ਏਜੰਡਾ ਹੁੰਦਾ ਸੀਗਾ, ਮੁੱਖ ਮਕਸਦ ਸੀਗਾ, ਉਹ ਇਹ ਸੀ ਕਿ ਮੋਦੀ ਜੀ ਇਹ ਗੱਲ ਬੜੀ ਠੋਕ ਕੇ ਕਹਿੰਦੇ ਸੀ कि मेरे को पंजाब में हाफ केसधारी बंधु चाहिए हर अहदे पर। ਪੰਜਾਬ ਸਰਕਾਰ ਵਿੱਚ ਮੰਤਰੀ ਰਹੇ ਮਾਸਟਰ ਮੋਹਨ ਲਾਲ ਯਾਦ ਕਰਦੇ ਨੇ ਕਿ ਨਰਿੰਦਰ ਮੋਦੀ ਸੂਬੇ ਵਿੱਚ ਜਦ ਵੀ ਆਉਂਦੇ ਸਨ ਤਾਂ ਉਹਨਾਂ ਦਾ ਘਰ ਰੇਲਵੇ ਸਟੇਸ਼ਨ ਨੇੜੇ ਹੋਣ ਕਰਕੇ ਉਹ ਆਮ ਤੌਰ ਤੇ ਮਾਸਟਰ ਜੀ ਦੇ ਘਰ ਹੀ ਜਾਇਆ ਕਰਦੇ ਸਨ। ਇਸ ਤੋਂ ਇਲਾਵਾ ਮਾਸਟਰ ਮੋਹਨ ਲਾਲ ਯਾਦ ਕਰਦਿਆਂ ਦੱਸਦੇ ਨੇ ਕਿ ਇੱਕ ਵਾਰ ਤਾਂ ਪੀਐਮ ਮੋਦੀ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ
ਕਿ ਉਹ ਮੇਰੇ ਘਰ ਦਾ ਖਾਣਾ ਖਾਣਾ ਚਾਹੁੰਦੇ ਨੇ, ਜਿਸ ਮਗਰੋਂ ਮਾਸਟਰ ਮੋਹਨ ਲਾਲ ਘਰੋਂ ਖਾਣਾ ਬਣਵਾ ਕੇ ਏਅਰਪੋਰਟ ਤੇ ਮੋਦੀ ਜੀ ਨੂੰ ਖਾਣਾ ਖਵਾਉਣ ਲਈ ਪਹੁੰਚੇ। ਇਹ ਮੋਦੀ ਸਾਹਿਬ ਮੁੱਖ ਮੰਤਰੀ ਸਨ ਤੇ उन्होंने स्नेह भेजा कि भाई मास्टर जी, मैं आपके घर का खाना खाना है, कहो तो घर आ जाऊं, नहीं तो वहां आ जाओ। मेरी मिसी ने खाना तैयार करके एयरपोर्ट से उन्होंने खाना खिलाया, बड़ी अच्छी तरह से नाल मीटिंग हुई, फिर वो कांगड़े चले गए। ਇਸ ਤੋਂ ਅੱਗੇ ਮਾਸਟਰ ਮੋਹਨ ਲਾਲ ਦੱਸਦੇ ਨੇ ਕਿ ਇੱਕ ਵਾਰ ਉਹਨਾਂ ਦੇ ਇੱਕ ਮਿੱਤਰ ਦੀ ਗੁਜਰਾਤ ਵਿੱਚ ਜ਼ਮੀਨ ਤੇ ਕੁਝ ਲੋਕਾਂ ਨੇ ਗੈਰ ਕਾਨੂੰਨੀ ਤੌਰ ਤੇ ਕਬਜ਼ਾ ਕਰ ਲਿਆ ਸੀ। ਜਦੋਂ ਉਹ ਇਹ ਮਸਲਾ ਲੈ ਕੇ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਹੋਰਾਂ ਕੋਲ ਪਹੁੰਚੇ ਤਾਂ ਉਹਨਾਂ ਨੇ ਕੁਝ ਹੀ ਘੰਟਿਆਂ ਵਿੱਚ ਇਹ ਮਸਲਾ ਹੱਲ ਕਰਵਾ ਦਿੱਤਾ। मेरा एक दोस्त सहदेव फगवाड़े तो सी, ਉਹਦੀ 9 ਕਿੱਲੇ ਜ਼ਮੀਨ ਸਰਦਾਰ ਪਟੇਲ ਦਾ ਜਿਹੜਾ ਘਰ ਸੀ ਉੱਥੇ ਮਾਫੀਆ ਭੂ ਮਾਫੀਆ ਨੇ ਜ਼ਬਰਦਸਤੀ ਕਬਜ਼ਾ ਕਰ ਲਿਆ। ਮੈਂ ਉਹਨੂੰ ਨਾਲ ਲੈ ਕੇ ਗੁਜਰਾਤ ਤੇ ਅਹਿਮਦਾਬਾਦ ਗਿਆ ਤੇ ਉਹਨਾਂ ਨੇ ਗੱਲਬਾਤ ਕੀਤੀ ਕਿ ਇਸ ਤਰੀਕੇ ਦੇ ਨਾਲ ਜ਼ਮੀਨ ਹੈ ਔਰ ਮਾਫੀਆ ਕਰ। ਮੋਦੀ ਨੇ ਉਸੇ ਵੇਲੇ ਟੈਲੀਫੋਨ ਚੁੱਕਿਆ, डीसी ਨੂੰ ਕਿਹਾ ਕਿ ਮਾਸਟਰ ਜੀ ਆ ਰਹੇ ਹੈ, एसडीएम भी कहो, तहसीलदार को भी कहो, उस जमीन के पास खड़े रहें, वो जमीन इनके पहुंचने से पहले माफिया से खत्म होनी चाहिए। ਸ਼ਾਇਦ ਇਹ ਪੰਜਾਬ ਨਾਲ ਨੇੜਤਾ ਦੇ ਕਾਰਨ ਹੀ ਸੀ ਕਿ ਨਰਿੰਦਰ ਮੋਦੀ ਨੂੰ ਜਦੋਂ ਸਾਲ 2013 ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਤਹਿਤ ਪਾਰਟੀ ਦੀ ਪ੍ਰਚਾਰ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ, ਉਦੋਂ ਉਹਨਾਂ ਨੇ ਆਪਣੀ ਸਭ ਤੋਂ ਪਹਿਲੀ ਰੈਲੀ ਪੰਜਾਬ ਦੇ ਪਠਾਨਕੋਟ ਵਿੱਚ ਕੀਤੀ ਸੀ। ਜੇ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੋਂ ਬਾਅਦ ਵੀ ਜਵਾਨਾਂ ਦੀ ਹੌਸਲਾ ਅਫਜ਼ਾਈ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਆਦਮਪੁਰ 에ਅਰ ਬੇਸ ਪਹੁੰਚੇ ਸਨ। भारत माता की जय, भारत माता की जय, भारत माता की जय। भारत माता की जय मैदान में भी गूंजती है और मिशन में भी। ਇੰਨਾ ਹੀ ਨਹੀਂ, ਜਦੋਂ ਸਾਲ 2025 ਵਿੱਚ ਹੜ੍ਹਾਂ ਨੇ ਪੰਜਾਬ ਨੂੰ ਘੇਰ ਲਿਆ ਤਾਂ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸੂਬੇ ਦੇ ਦੌਰੇ ਤਹਿਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਤੇ ਸਭ ਤੋਂ ਵੱਧ ਨੁਕਸਾਨ ਝੱਲ ਚੁੱਕੇ ਜ਼ਿਲ੍ਹਾ ਗੁਰਦਾਸਪੁਰ ਪਹੁੰਚ ਕੇ ਹੜ੍ਹ ਪੀੜਤਾਂ ਸਣੇ ਬਚਾਅ ਕਾਰਜਾਂ ਵਿੱਚ ਲੱਗੇ ਮੁਲਾਜ਼ਮਾਂ ਨਾਲ ਮੁਲਾਕਾਤ ਕੀਤੀ ਤੇ ਹਰ ਸੰਭਵ ਮਦਦ ਲਈ ਹੱਥ ਅੱਗੇ ਵਧਾਇਆ। ਨਰਿੰਦਰ ਦਾਮੋਦਰ ਦਾਸ ਮੋਦੀ ਭਾਰਤੀ ਸਿਆਸਤ ਵਿੱਚ ਇੱਕ ਅਜਿਹਾ ਚਿਹਰਾ ਨੇ ਜਿਨ੍ਹਾਂ ਨੇ ਨਾ ਸਿਰਫ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਬਦਲੀ, ਸਗੋਂ ਕੌਮਾਂਤਰੀ ਪੱਧਰ ਤੇ ਵੀ ਭਾਰਤ ਦੇ ਅਕਸ ਨੂੰ ਇੱਕ ਨਵੇਂ ਸਿਖਰ ਤੇ ਪਹੁੰਚਾਇਆ। ਉਹ ਭਾਰਤ ਦੇ 14ਵੇਂ ਤੇ ਮੌਜੂਦਾ ਪ੍ਰਧਾਨ ਮੰਤਰੀ ਨੇ। ਭਾਰਤੀ ਜਨਤਾ ਪਾਰਟੀ ਦੇ ਮੁੱਖ ਆਗੂ ਹੋਣ ਦੇ ਨਾਲ-ਨਾਲ ਉਹ ਰਾਸ਼ਟਰੀ ਸਵੈ ਸੇਵਕ ਸੰਘ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਨੇ। ਸਾਧਾਰਣ ਪਰਿਵਾਰ ਤੋਂ ਉੱਠ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੱਕ ਉਹਨਾਂ ਦੀ ਯਾਤਰਾ ਸੰਘਰਸ਼, ਕਰੜੀ ਮਿਹਨਤ ਤੇ ਅਸਾਧਾਰਣ ਲੀਡਰਸ਼ਿਪ ਯੋਗਤਾ ਦਾ ਪ੍ਰਤੀਕ ਹੈ, ਜੋ ਉਹਨਾਂ ਨੂੰ ਇੱਕ ਪ੍ਰਭਾਵਸ਼ਾਲੀ ਆਗੂ ਬਣਾਉਂਦਾ ਹੈ। ਜਦੋਂ ਉਹਨਾਂ ਨੂੰ ਪਹਿਲੀ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਾਇਆ ਗਿਆ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸਿਆਸੀ ਜੀਵਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਪ੍ਰਧਾਨ ਮੰਤਰੀ ਮੋਦੀ 9 ਜੂਨ 2024 ਨੂੰ ਸਹੁੰ ਚੁੱਕ ਕੇ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਚੁਣੇ ਗਏ। ਸਾਲ 1962 ਤੋਂ ਬਾਅਦ ਉਹ ਪਹਿਲੇ ਅਜਿਹੇ ਗੈਰ ਕਾਂਗਰਸੀ ਨੇ ਜੋ ਲਗਾਤਾਰ 3 ਵਾਰ ਪ੍ਰਧਾਨ ਮੰਤਰੀ ਬਣੇ। ਮੋਦੀ ਨੂੰ ਇੱਕ ਮਜ਼ਬੂਤ ਤੇ ਫੌਰੀ ਤੌਰ ਤੇ ਫੈਸਲਾ ਲੈਣ ਵਾਲੇ ਆਗੂ ਦੇ ਤੌਰ ਤੇ ਵੇਖਿਆ ਜਾਂਦਾ ਹੈ। ਉਹ ਪ੍ਰਸ਼ਾਸਨਿਕ ਕਾਰਗੁਜ਼ਾਰੀ, ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਣ ਤੇ ਸੰਚਾਰ ਦੇ ਹੁਨਰ ਲਈ ਮਸ਼ਹੂਰ ਨੇ। ਮਨ ਕੀ ਬਾਤ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਉਹ ਲੋਕਾਂ ਨਾਲ ਸਿੱਧੇ ਰਾਬਤਾ ਕਾਇਮ ਕਰਨ 'ਚ ਵਿਸ਼ਵਾਸ ਰੱਖਦੇ ਨੇ। ਮੋਦੀ ਦੇ ਟਵਿੱਟਰ, ਇੰਸਟਾਗ੍ਰਾਮ ਤੇ ਫੇਸਬੁੱਕ ਤੇ ਕਰੋੜਾਂ ਫਾਲੋਅਰ ਨੇ। ਉਹ ਦੁਨੀਆ ਦੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਆਗੂਆਂ ਵਿੱਚੋਂ ਇੱਕ ਨੇ। ਉਹਨਾਂ ਦੇ ਭਾਸ਼ਣ ਸਿਰਫ ਬੋਲਣ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਲੋਕਾਂ ਨੂੰ ਜੋੜਦੇ ਨੇ, ਉਤਸ਼ਾਹਿਤ ਕਰਦੇ ਨੇ। ਉਹਨਾਂ ਦੀ ਸ਼ੈਲੀ ਬਿਲਕੁਲ ਵਿਲੱਖਣ ਹੈ, ਜੋ ਕਿ ਜੋਸ਼ੀਲੀ, ਆਤਮ-ਵਿਸ਼ਵਾਸੀ ਤੇ ਭਾਵੁਕ ਹੁੰਦੀ ਹੈ। ਮੋਦੀ ਦੇ ਆਲੋਚਕ ਵੀ ਮੰਨਦੇ ਨੇ ਕਿ ਉਹ ਲੋਕਾਂ ਨਾਲ ਜੁੜਨ ਵਿੱਚ ਮਾਹਿਰ ਨੇ। ਉਹ ਸਿਰਫ ਭਾਰਤ ਦੇ ਹੀ ਨਹੀਂ, ਸਗੋਂ ਵਿਸ਼ਵ ਪੱਧਰ ਦੇ ਸਭ ਤੋਂ ਚਰਚਿਤ ਆਗੂਆਂ ਵਿੱਚੋਂ ਇੱਕ ਨੇ।
ਮੋਦੀ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਰਾਸ਼ਟਰੀ ਸਵੈ ਸੇਵਕ ਸੰਘ ਤੋਂ ਕੀਤੀ। ਅਨੁਸ਼ਾਸਨ, ਸੰਗਠਨ ਤੇ ਰਾਸ਼ਟਰ ਸੇਵਾ ਦੀ ਸਿੱਖਿਆ ਨੇ ਉਹਨਾਂ ਦੀ ਸ਼ਖਸੀਅਤ ਨੂੰ ਗਾੜਿਆ, ਉਹਨਾਂ ਦੀ ਸ਼ਖਸੀਅਤ ਨੂੰ ਨਿਖਾਰਿਆ ਤੇ ਸਾਲ 1980 ਦੇ ਦਹਾਕੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। 1980 ਤੇ 1990 ਦੇ ਦਹਾਕੇ ਵਿੱਚ ਉਹਨਾਂ ਨੇ ਪਾਰਟੀ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾਈਆਂ ਤੇ ਆਪਣੇ ਹੁਨਰ ਨਾਲ ਪਾਰਟੀ ਨੂੰ ਮਜ਼ਬੂਤ ਕੀਤਾ। ਉਹਨਾਂ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਪਾਰਟੀ ਦੀ ਜ਼ਿੰਮੇਵਾਰੀ ਸੰਭੀ। ਸਾਲ 2001 ਵਿੱਚ ਜਦੋਂ ਗੁਜਰਾਤ ਭੂਚਾਲ ਦੀ ਤਬਾਹੀ ਨਾਲ ਜੂਝ ਰਿਹਾ ਸੀ, ਉਸ ਵੇਲੇ ਮੋਦੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਇਆ ਗਿਆ। ਇਹ ਉਹਨਾਂ ਲਈ ਇੱਕ ਵੱਡੀ ਜ਼ਿੰਮੇਵਾਰੀ ਸੀ। ਉਹਨਾਂ ਦੀ ਅਗਵਾਈ ਹੇਠ ਗੁਜਰਾਤ ਨੇ ਉਦਯੋਗਿਕ, ਕਿਸਾਨੀ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ਵਿੱਚ ਵੱਡੇ ਪੱਧਰ ਤੇ ਵਿਕਾਸ ਕੀਤਾ। ਸਾਲ 2013 ਵਿੱਚ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਸੀ। ਸਾਲ 2014 ਦੀਆਂ ਆਮ ਚੋਣਾਂ ਵਿੱਚ ਉਹਨਾਂ ਨੇ ਦੇਸ਼ ਭਰ ਵਿੱਚ ਪ੍ਰਚਾਰ ਮੁਹਿੰਮ ਵਿੱਢੀ। ਉਹਨਾਂ ਦਾ ਨਾਰਾ ਅੱਛੇ ਦਿਨ ਆਨੇ ਵਾਲੇ ਹੈ ਹਰ ਭਾਰਤੀ ਦੀ ਜ਼ੁਬਾਨ ਤੇ ਸੀ। ਸਾਲ 2014 ਦੇ ਚੋਣ ਨਤੀਜੇ ਭਾਰਤ ਦੇ ਸਿਆਸੀ ਇਤਿਹਾਸ ਵਿੱਚ ਇਤਿਹਾਸਿਕ ਸਾਬਿਤ ਹੋਏ। ਭਾਜਪਾ ਨੂੰ ਪੂਰਨ ਬਹੁਮਤ ਮਿਲਿਆ ਤੇ ਮੋਦੀ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਇਹ ਭਾਰਤ ਦੀ ਸਿਆਸਤ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਸੀ। ਮੋਦੀ ਸਰਕਾਰ ਨੇ ਕਈ ਵੱਡੇ ਕਦਮ ਚੁੱਕੇ। ਜਨ ਧਨ ਯੋਜਨਾ ਤੋਂ ਲੈ ਕੇ ਸਵੱਛ ਭਾਰਤ ਅਭਿਆਨ, ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਡਿਜੀਟਲ ਇੰਡੀਆ ਤੇ ਆਯੁਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਨੂੰ ਦੇਸ਼ ਭਰ ਵਿੱਚ ਲਾਗੂ ਕੀਤਾ ਗਿਆ। ਸਾਲ 2019 ਵਿੱਚ ਉਹਨਾਂ ਨੇ ਹੋਰ ਵੀ ਵੱਡੀ ਜਿੱਤ ਹਾਸਲ ਕੀਤੀ। ਧਾਰਾ 370 ਹਟਾਉਣਾ, 3 ਤਲਾਕ ਤੇ ਕਾਨੂੰਨ ਨਾਗਰਿਕਤਾ ਸੋਧ ਕਾਨੂੰਨ ਉਹਨਾਂ ਦੀ ਸਰਕਾਰ ਦੇ ਕੁਝ ਵੱਡੇ ਫੈਸਲੇ ਸਨ। ਮੋਦੀ ਦੀ ਵਿਦੇਸ਼ ਨੀਤੀ ਨੇ ਭਾਰਤ ਨੂੰ ਇੱਕ ਵਿਸ਼ਵ ਸ਼ਕਤੀ ਵਜੋਂ ਸਥਾਪਿਤ ਕੀਤਾ। ਕੌਮਾਂਤਰੀ ਯੋਗ ਦਿਹਾੜੇ ਤੋਂ ਲੈ ਕੇ G20 ਸਿਖਰ ਸੰਮੇਲਨ ਤੱਕ ਹਰ ਥਾਂ ਭਾਰਤ ਦੇ ਮਾਣ ਵਿੱਚ ਵਾਧਾ ਹੋਇਆ। ਨਰਿੰਦਰ ਮੋਦੀ ਦੀ ਸ਼ਖਸੀਅਤ ਅਨੁਸ਼ਾਸਨ, ਸਾਦਗੀ ਤੇ ਕਰੜੀ ਮਿਹਨਤ ਦਾ ਪ੍ਰਤੀਕ ਹੈ। ਬਚਪਨ ਵਿੱਚ ਰੇਲਵੇ ਸਟੇਸ਼ਨ ਤੇ ਚਾਹ ਵੇਚਣ ਵਾਲੇ ਨਰਿੰਦਰ ਮੋਦੀ ਦੀ ਅੱਜ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਆਗੂਆਂ ਵਿੱਚ ਗਿਣਤੀ ਹੁੰਦੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜਨਮ ਦਿਹਾੜੇ ਮੌਕੇ ਵੱਖ-ਵੱਖ ਖਿੱਤਿਆਂ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ। प्रधानमंत्री श्री नरेंद्र मोदी जी की 75वीं सालगिरह के मौके पर उन्हें ढेर सारी शुभकामनाएं। विशिंग यू अ वेरी हैप्पी बर्थडे सर। हमारे देश के विकास के लिए जो आपने योगदान दिए हैं वो हमेशा याद किए जाएंगे और इस खुशी के मौके पर हमारी ये प्रार्थना है ऊपर वाले से कि आपको वो लंबी आयु दे। Prime Minister Modi, my best wishes to you on your 75th birthday. The Gates Foundation values our partnership with the Government of India immensely. Together, we are supporting progress towards Viksit Bharat. ਬਹਰਾਲ, ਨਰਿੰਦਰ ਮੋਦੀ ਦੀ ਜੀਵਨ ਯਾਤਰਾ ਇਸ ਗੱਲ ਦਾ ਸਬੂਤ ਹੈ ਕਿ ਦ੍ਰਿੜ ਨਿਸ਼ਚੇ, ਇਮਾਨਦਾਰੀ ਤੇ ਲਗਨ ਨਾਲ ਕੋਈ ਵੀ ਉਚਾਈਆਂ ਹਾਸਲ ਕੀਤੀਆਂ ਜਾ ਸਕਦੀਆਂ ਨੇ। ਨਰਿੰਦਰ ਮੋਦੀ ਸਿਰਫ ਇੱਕ ਨਾਂ ਨਹੀਂ, ਸਗੋਂ ਇੱਕ ਯੁੱਗ ਹੈ ਜਿਨ੍ਹਾਂ ਨੇ ਭਾਰਤ ਦੀ ਆਤਮਾ ਨੂੰ ਨਵਾਂ ਆਤਮ ਵਿਸ਼ਵਾਸ ਤੇ ਦੁਨੀਆ ਵਿੱਚ ਨਵੀਂ ਪਛਾਣ ਦਿੱਤੀ ਹੈ।